ਸਤਿ ਸ਼੍ਰੀ ਅਕਾਲ। ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲੇ ਨਜ਼ਰ ਹੈਡਲਾਈਨਸ ਤੇ। ਰੇਲਵੇ ਸਟੇਸ਼ਨਾਂ ਦੀ ਤਿਆਰੀਆਂ ਹੋਈਆਂ ਸ਼ੁਰੂ। ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਚਲਾਉਣ ਦੇ ਲਈ ਸਮਾਂ ਸੂਚੀ ਜਾਰੀ। ਰੇਲਵੇ ਵਿਭਾਗ ਵੱਲੋਂ ਕੁੱਲ 17 ਟ੍ਰੇਨਾਂ ਦੀ ਬਹਾਲੀ ਲਈ ਦਿੱਤੀ ਗਈ ਮਨਜ਼ੂਰੀ। ਸੀਪੀਆਰਓ ਦੀਪਕ ਕੁਮਾਰ ਦੇ ਵੱਲੋਂ ਕੀਤੀ ਗਈ ਪੁਸ਼ਟੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਰ ਸਕਦੇ ਨੇ ਮੁਲਾਕਾਤ। ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਪਾਉਣਗੇ ਚਾਨਣਾ। ਕੈਪਟਨ ਦੇ ਵੱਲੋਂ ਕੇਂਦਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਦੀ ਕੀਤੀ ਜਾ ਰਹੀ ਹੈ ਮੰਗ। ਸਮਰਾਲਾ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ। 3 ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਝਾਂਸਾ ਦੇ ਕੇ ਬਿਠਾਇਆ ਕਾਰ 'ਚ। ਬਜ਼ੁਰਗ ਔਰਤ ਨੇ ਚੱਲਦੀ ਕਾਰ 'ਚੋਂ ਛਾਲ ਮਾਰ ਕੇ ਬਚਾਈ ਜਾਨ। ਕੈਬਨਿਟ ਮੰਤਰੀ ਓਪੀ ਸੋਨੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਿਟਿਵ। ਓਪੀ ਸੋਨੀ ਨੇ ਖੁਦ ਨੂੰ ਕੀਤਾ ਕੁਆਰੰਟੀਨ। ਸੰਪਰਕ 'ਚ ਆਉਣ ਵਾਲਿਆਂ ਨੂੰ ਟੈਸਟ ਕਰਾਉਣ ਦੀ ਦਿੱਤੀ ਹਦਾਇਤ। ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਵੱਲੋਂ ਦਿੱਤਾ ਜਾ ਰਿਹਾ ਕਿਸਾਨਾਂ ਦਾ ਸਾਥ। ਲੁਧਿਆਣਾ ਦੇ ਸਰਾਭਾ ਵਿਖੇ ਕਿਸਾਨਾਂ ਦੇ ਹੱਕ 'ਚ ਗਾਇਕਾਂ ਦਾ ਪ੍ਰਦਰਸ਼ਨ। ਹਰ ਵਰਗ ਦੇ ਵੱਲੋਂ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵਿੱਚ ਟ੍ਰੇਨਾਂ ਚਲਾਉਣ ਦੇ ਲਈ ਕੇਂਦਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਇਸ ਸਬੰਧ ਵਿੱਚ ਕੇਂਦਰ ਵੱਲੋਂ ਇੱਕ ਆਰਜ਼ੀ ਸ਼ੈਡਿਊਲ ਵੀ ਜਾਰੀ ਕੀਤਾ ਗਿਆ ਹੈ। ਰੇਲਵੇ ਵੱਲੋਂ ਕੁੱਲ 17 ਟ੍ਰੇਨਾਂ ਦੀ ਬਹਾਲੀ ਲਈ ਲਿਸਟ ਜਾਰੀ ਕੀਤੀ ਗਈ ਹੈ। ਫਾਸਟਵੇ ਅਦਾਰੇ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਨਾਰਦਰਨ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਟ੍ਰੇਨਾਂ ਦੀ ਬਹਾਲੀ ਅੱਜ ਤੋਂ ਕੀਤੀ ਜਾ ਰਹੀ ਹੈ। ਅੱਜ ਤੋਂ ਟ੍ਰੇਨਾਂ ਦੀ ਸ਼ੁਰੂਆਤ ਹੋਏਗੀ, ਜਿਹਦੇ ਲਈ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਫਿਲਹਾਲ ਪੰਜਾਬ ਦੇ ਲਈ 8 ਤੇ ਜੰਮੂ ਕਟੜਾ ਦੇ ਲਈ 9 ਟ੍ਰੇਨਾਂ ਬਹਾਲ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਰੇਲਵੇ ਦੇ ਵੱਲੋਂ ਹੁਣ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਮਾਂ ਸੂਚੀ ਜਾਰੀ ਕੀਤੀ ਗਈ ਹੈ। 17 ਟ੍ਰੇਨਾਂ ਦੀ ਬਹਾਲੀ ਦੀ ਇਹ ਸੂਚੀ ਹੈ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਬਹਾਲੀ ਦੇ ਲਈ। ਸੀਪੀਆਰਓ ਦੀਪਕ ਕੁਮਾਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਫਾਸਟਵੇ ਅਦਾਰੇ ਦੇ ਨਾਲ ਖਾਸ ਗੱਲਬਾਤ ਕਰਦਿਆਂ ਇਹ ਦੱਸਿਆ ਗਿਆ ਕਿ ਅੱਜ ਤੋਂ ਟ੍ਰੇਨਾਂ ਦੀ ਬਹਾਲੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚ ਜਿਸ ਦੇ ਵਿੱਚ 8 ਟ੍ਰੇਨਾਂ ਪੰਜਾਬ ਦੇ ਲਈ ਜਦਕਿ ਜੰਮੂ ਤੇ ਕਟੜਾ ਦੇ ਲਈ 9 ਟ੍ਰੇਨਾਂ ਦੀ ਬਹਾਲੀ ਕੀਤੀ ਗਈ ਹੈ। ਤੇ ਉਧਰ ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਰੇਲਵੇ ਸਟੇਸ਼ਨਾਂ ਤੇ ਟ੍ਰੇਨਾਂ ਚਲਾਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਫਿਰੋਜ਼ਪੁਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇੱਥੇ ਵੀ ਹਲਚਲ ਦਿਖਾਈ ਦਿੱਤੀ ਹੈ। ਰੇਲਵੇ ਪੁਲਿਸ ਮੁਲਾਜ਼ਮ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਵਿਭਾਗ ਦੇ ਆਦੇਸ਼ਾਂ ਦੇ ਤਹਿਤ ਇੱਥੇ ਟ੍ਰੇਨਾਂ ਚੱਲਣਗੀਆਂ। ਜਿਸ ਤਰ੍ਹਾਂ ਦੇ ਨਾਲ ਰੇਲਵੇ ਵਿਭਾਗ ਹਦਾਇਤਾਂ ਦੇਗਾ, ਨਿਰਦੇਸ਼ ਜਾਰੀ ਕਰੇਗਾ, ਉਸ ਦੇ ਮੁਤਾਬਿਕ ਇੱਥੋਂ ਟ੍ਰੇਨਾਂ ਰਵਾਨਾ ਹੋਣਗੀਆਂ। ਪਰ ਇੱਥੇ ਸਟੇਸ਼ਨ ਦੇ ਉੱਤੇ ਤਿਆਰੀਆਂ ਜ਼ਰੂਰ ਨਜ਼ਰ ਆਈਆਂ ਨੇ। ਸਾਫ਼ ਸਫਾਈ ਨੂੰ ਲੈ ਕੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੈਨੀਟਾਈਜ਼ੇਸ਼ਨ ਅਤੇ ਹੋਰ ਇਹਤਿਆਤ ਵੀ ਵਰਤੇ ਜਾਣਗੇ। ਵੱਖ-ਵੱਖ ਥਾਵਾਂ ਤੇ ਹੁਣ ਰੇਲਵੇ ਸਟੇਸ਼ਨਾਂ ਤੇ ਹਲਚਲ ਦਿਖਾਈ ਦੇ ਰਹੀ ਹੈ। ਜਿੱਥੇ ਕਾਫੀ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਹ ਹੁਣ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਨੇ। ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਹਲਚਲ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ। ਪੁਲਿਸ ਵੱਲ ਵੀ ਤੈਨਾਤ ਕੀਤਾ ਗਿਆ ਹੈ। ਰੇਲਵੇ ਪੁਲਿਸ ਨੂੰ ਇੱਥੇ ਤੈਨਾਤ ਕੀਤਾ ਗਿਆ ਹੈ, ਜਿਨ੍ਹਾਂ ਦੇ ਵੱਲੋਂ ਪੂਰੀ ਦੇਖ ਰੇਖ, ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾਣਗੇ ਅਤੇ ਰੇਲਵੇ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਟ੍ਰੇਨਾਂ ਇੱਥੋਂ ਰਵਾਨਾ ਹੋਣਗੀਆਂ। रेल की तरफ से पूरे इंतजाम है, सुरक्षा के भी और क्लियरेंस भी है, लाइनें खाली हैं और जैसा ऊपर का अधिकारियों का आदेश होगा उस तरह से ड्यूटी करी जाएगी और रेल चलाई जाएगी।
जो सवारी गाड़ी चलेंगी उसके लिए फोर्स का पूरा इंतज़ाम जैसे अधिकारीगण आदेश देंगे वैसा पूरा का पूरा तैयारी में भी है और कर रखा है और आगे कर देंगे जैसा वो कहेंगे। गाड़ियाँ खड़ी हैं, गाड़ियों की स्कॉटिंग इसके लिए, रेक सेफ्टी के लिए, लाइनों की सेफ्टी के लिए, तो आरपीएफ का स्टाफ पूरी ड्यूटी करता रहा है। नहीं, हमारे लिए चैलेंज कुछ नहीं होगा। ये किसान उठ जाते हैं तो कोई चैलेंज नहीं है, ये चले जाओ, इनका मांग बता रहे हैं कि होगी है, ये उठ रहे हैं, आज सुना था उठ जाएंगे। ਅਗਲੀ ਖਬਰ ਦੀ ਵੱਲ ਵਧਦੇ ਹਾਂ, ਜਿੱਥੇ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਮੁੱਖ ਮੰਤਰੀ ਕੈਪਟਨ ਦੀ ਮੁਲਾਕਾਤ ਟਲ ਗਈ ਹੈ। ਸੰਘਰਸ਼ ਕਮੇਟੀ ਨੇ ਯਾਤਰੀ ਟ੍ਰੇਨਾਂ ਨੂੰ ਰਸਤਾ ਦੇਣ ਤੋਂ ਇਨਕਾਰ ਕੀਤਾ ਹੋਇਆ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਬੈਠਕ ਦੇ ਲਈ ਬੁਲਾਇਆ ਜਾਣਾ ਸੀ, ਪਰ ਹੁਣ ਇਹ ਬੈਠਕ ਮੁਲਤਵੀ ਹੋ ਗਈ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਮੁਲਾਕਾਤ ਹੋਣੀ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਸੋ ਦੱਸਦੀ ਕਿ ਸੰਘਰਸ਼ ਕਮੇਟੀ ਅਜੇ ਵੀ ਅੜੀ ਹੋਈ ਹੈ, ਉਹਨਾਂ ਦੇ ਵੱਲੋਂ ਯਾਤਰੀ ਟ੍ਰੇਨਾਂ ਨੂੰ ਰਸਤਾ ਨਹੀਂ ਦਿੱਤਾ ਗਿਆ। ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਉੱਤੇ ਅਜੇ ਵੀ ਧਰਨਾ ਪ੍ਰਦਰਸ਼ਨ ਜਾਰੀ ਹੈ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ। ਉਹਨਾਂ ਦਾ ਕਹਿਣਾ ਕਿ ਯਾਤਰੀ ਟ੍ਰੇਨਾਂ ਨੂੰ ਇਜਾਜ਼ਤ ਨਹੀਂ ਹੈ, ਸਿਰਫ ਮਾਲ ਗੱਡੀਆਂ ਨੂੰ ਹੀ ਰਸਤਾ ਦਿੱਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਹੀ ਸਭ ਕੁਝ ਸਾਫ਼ ਹੋਏਗਾ, ਪਰ ਅੱਜ ਦੀ ਬੈਠਕ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਹੈ। ਸੋ ਬੇਸ਼ੱਕ ਸੂਬੇ ਦੇ ਵਿੱਚ ਟ੍ਰੇਨਾਂ ਚੱਲਣ ਨੂੰ ਲੈ ਕੇ ਰਸਤਾ ਸਾਫ਼ ਹੋ ਗਿਆ ਹੋਵੇ, ਪਰ ਇੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਜੇ ਵੀ ਕਿਸਾਨ ਡਟੇ ਹੋਏ ਨੇ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ। ਇਸ ਮੁਲਾਕਾਤ ਵਿੱਚ ਕਿਸਾਨ ਅੰਦੋਲਨ ਤੇ ਪੰਜਾਬ ਵਿੱਚ ਰੇਲ ਗੱਡੀਆਂ ਦੀ ਸਥਿਤੀ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਜਾਏਗੀ। ਮੌਜੂਦਾ ਹਾਲਾਤਾਂ ਦੇ ਵਿੱਚ ਚਾਨਣਾ ਪਾਇਆ ਜਾਏਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ ਸਕਦੇ ਨੇ, ਜਿਸ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਉਸ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ, ਵਿਚਾਰ ਚਰਚਾ ਕੀਤੀ ਜਾਏਗੀ। ਸੋ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਮਨਾਇਆ ਗਿਆ ਹੈ ਯਾਤਰੀ ਟ੍ਰੇਨਾਂ ਦੇ ਲਈ ਕਿਸਾਨਾਂ ਦੀ ਸਹਿਮਤੀ ਬਣੀ, ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਸਮਾਂ ਮੰਗਿਆ ਗਿਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੇਂਦਰ ਦੇ ਵੱਲੋਂ ਮੁਲਾਕਾਤ ਦੇ ਲਈ। ਸੋ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁੱਖ ਮੰਤਰੀ ਗੱਲਬਾਤ ਕਰ ਸਕਦੇ ਨੇ, ਅੱਜ ਮੁਲਾਕਾਤ ਹੋ ਸਕਦੀ ਹੈ। ਉਧਰੀ ਕੈਬਨਿਟ ਮੰਤਰੀ ਓਪੀ ਸੋਨੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਓਪੀ ਸੋਨੀ ਨੇ ਖੁਦ ਨੂੰ ਕੁਆਰੰਟੀਨ ਕੀਤਾ ਹੈ। ਸੰਪਰਕ ਵਿੱਚ ਆਉਣ ਵਾਲਿਆਂ ਨੂੰ ਟੈਸਟ ਕਰਾਉਣ ਦੀ ਹਦਾਇਤ ਦਿੱਤੀ ਗਈ ਹੈ। ਸੋ ਜਿੱਥੇ ਇੱਕ ਪਾਸੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਹਾਲਾਤ ਜ਼ਰੂਰ ਸੁਧਰੇ ਸਨ, ਪਰ ਇੱਥੇ ਹੁਣ ਅਜੇ ਵੀ ਮਾਮਲੇ ਸਾਹਮਣੇ ਆ ਰਹੇ ਨੇ। ਤੇ ਇਸ ਵਾਰ ਕੈਬਨਿਟ ਮੰਤਰੀ ਓਪੀ ਸੋਨੀ ਦੀ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ, ਜਿਨ੍ਹਾਂ ਦੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸੋ ਓਪੀ ਸੋਨੀ ਨੇ ਖੁਦ ਨੂੰ ਕੁਆਰੰਟੀਨ ਕੀਤਾ ਹੈ। ਇਸ ਤੋਂ ਇਲਾਵਾ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਟੈਸਟ ਕਰਾਉਣ ਦੀ ਹਦਾਇਤ ਦਿੱਤੀ ਗਈ ਹੈ। ਸੋ ਕੈਬਨਿਟ ਮੰਤਰੀ ਓਪੀ ਸੋਨੀ ਦੇ ਵਿੱਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ ਅਤੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਵੀ ਟੈਸਟ ਹੋਣਗੇ। ਓਪੀ ਸੋਨੀ ਦੇ ਵੱਲੋਂ ਵੀ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਟੈਸਟ ਜ਼ਰੂਰ ਕਰਵਾਉਣ। ਤੇ ਉਧਰ ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਵੀ ਸਰਗਰਮ ਦਿਖਾਈ ਦੇ ਰਹੇ ਨੇ। ਸਮਰਾਲਾ ਦੇ ਵਿੱਚ ਇੱਕ ਮਹਿਲਾ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਲੀ ਲਾ ਕੇ ਲੁਟੇਰੇ ਫਰਾਰ ਹੋਏ ਨੇ। ਤਿੰਨ ਲੁਟੇਰਿਆਂ ਔਰਤਾਂ ਨੇ ਬਜ਼ੁਰਗ ਔਰਤ ਨੂੰ ਝਾਂਸਾ ਦੇ ਕੇ ਕਾਰ 'ਚ ਬਿਠਾਇਆ ਅਤੇ ਇਸ ਦੌਰਾਨ ਉਸ ਤੋਂ ਸੋਨੇ ਦੇ ਗਹਿਣੇ ਠੱਗਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਬਜ਼ੁਰਗ ਔਰਤ ਦੇ ਵੱਲੋਂ ਚੱਲਦੀ ਕਾਰ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ, ਜਿੱਥੇ ਕਾਰ ਦੇ ਵਿੱਚ ਔਰਤ ਨੂੰ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਅਤੇ ਰਸਤੇ ਦੇ ਵਿੱਚ ਉਸ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬਜ਼ੁਰਗ ਔਰਤ ਦੇ ਵੱਲੋਂ ਹੌਸਲਾ ਦਿਖਾਉਂਦੇ ਹੋਏ ਚੱਲਦੀ ਕਾਰ ਦੇ ਵਿੱਚੋਂ ਛਾਲ ਮਾਰੀ ਜਾਂਦੀ ਹੈ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ
ਤੇ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰ ਇੱਥੇ ਇਹ ਸਾਹਮਣੇ ਆ ਰਿਹਾ ਹੈ ਕਿ 3 ਲੁਟੇਰਿਆਂ ਦੇ ਵੱਲੋਂ ਔਰਤ ਨੂੰ ਝਾਂਸਾ ਦੇ ਕੇ, ਬਜ਼ੁਰਗ ਔਰਤ ਦੱਸੀ ਜਾ ਰਹੀ ਹੈ, ਝਾਂਸਾ ਦੇ ਕੇ ਕਾਰ 'ਚ ਬਿਠਾਇਆ ਗਿਆ ਸੀ ਅਤੇ ਉਸ ਦੇ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਬਜ਼ੁਰਗ ਦੀ ਇੱਕ ਵਾਲੀ ਲੈ ਕੇ ਫਰਾਰ ਹੋਏ ਨੇ। ਹਾਲਾਂਕਿ ਬਜ਼ੁਰਗ ਔਰਤ ਦੇ ਵੱਲੋਂ ਚੱਲਦੀ ਕਾਰ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ। ਸੋ ਬਿਲਕੁਲ ਇੱਥੇ ਸਵਾਲ ਜਿੱਥੇ ਸੁਰੱਖਿਆ ਨੂੰ ਲੈ ਕੇ ਖੜੇ ਹੁੰਦੇ ਨੇ ਕਿ ਆਮ ਲੋਕਾਂ ਦੀ ਸੁਰੱਖਿਆ ਸਵਾਲਾਂ ਦੇ ਵਿੱਚ ਹੈ। ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਪਰ ਇੱਥੇ ਬਜ਼ੁਰਗ ਔਰਤ ਦੀ ਹੌਸਲੇ ਦੀ ਵੀ ਤਾਰੀਫ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ। ਜੋ ਕਾਰ ਦੇ ਵਿੱਚ ਲੁਟੇਰੇ ਲੈ ਕੇ ਜਾ ਰਹੇ ਸਨ, ਚੱਲਦੀ ਕਾਰ ਦੇ ਵਿੱਚ ਇਸ ਬਜ਼ੁਰਗ ਔਰਤ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਉਧਰ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬੀ ਕਲਾਕਾਰ ਵੀ ਨਿਕਲੇ ਹੋਏ ਨੇ ਤੇ ਪੰਜਾਬੀ ਗਾਇਕ ਵੀ ਉਹਨਾਂ ਦੇ ਹੱਕ ਚ ਆ ਰਹੇ ਨੇ। ਲੁਧਿਆਣਾ ਦੇ ਸਰਾਭਾ ਵਿਖੇ ਅੱਜ ਧਰਨੇ ਵਿੱਚ ਪੰਜਾਬ ਦੇ ਨਾਮੀ ਗਾਇਕ ਕਲਾਕਾਰ ਹਿੱਸਾ ਲੈ ਰਹੇ ਨੇ। ਇਸ ਧਰਨੇ ਵਿੱਚ ਕਮਰ ਗਰੇਵਾਲ, ਦੀਪ ਸਿੱਧੂ, ਲੱਖਾ ਸਿਧਾਣਾ ਪਹੁੰਚ ਰਹੇ ਨੇ ਤੇ ਧਰਨੇ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਅਤੇ ਗਾਇਕਾਂ ਦੇ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਵੀ ਉਮੀਦ ਹੈ। ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਸੋ ਦੱਸਦੇ ਕਿ ਕਿਸਾਨ ਅਜੇ ਵੀ ਡਟੇ ਹੋਏ ਨੇ ਤੇ ਹੁਣ ਕਿਸਾਨਾਂ ਦੇ ਹੱਕ ਵਿੱਚ ਗਾਇਕ ਤੇ ਪੰਜਾਬੀ ਕਲਾਕਾਰ ਵੀ ਨਿੱਤਰ ਆਏ ਨੇ। ਜਿੱਥੇ ਬੀਤੇ ਦਿਨ ਪਟਿਆਲਾ ਦੇ ਵਿੱਚ ਪੰਜਾਬੀ ਕਲਾਕਾਰਾਂ ਦੇ ਵੱਲੋਂ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਦੇ ਵੱਲੋਂ ਇੱਥੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ। ਉੱਥੇ ਲੁਧਿਆਣਾ ਦੇ ਸਰਾਭਾ ਦੇ ਵਿੱਚ ਅੱਜ ਨਾਮੀ ਪੰਜਾਬੀ ਗਾਇਕ ਪਹੁੰਚ ਰਹੇ ਨੇ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾਣੀ ਹੈ। ਸੋ ਦੱਸ ਦਈਏ ਕਿ ਬੀਤੇ ਦਿਨ ਪਟਿਆਲਾ ਦੇ ਵਿੱਚ ਕੀਤਾ ਗਿਆ ਸੀ ਧਰਨਾ ਪ੍ਰਦਰਸ਼ਨ, ਜਿਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਸ਼ਾਮਲ ਹੋਏ ਸਨ। ਬਿੰਨੂ ਢਿੱਲੋਂ ਅਤੇ ਨਾਲ ਹੀ ਕਮੇਡੀਅਨ ਗੁਰਪ੍ਰੀਤ ਘੁੱਗੀ ਵੀ ਇੱਥੇ ਪਹੁੰਚੇ ਸਨ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਡਟੇ ਰਹਿਣ ਦੀ ਗੱਲ ਆਖੀ ਗਈ। ਉਹਨਾਂ ਨੇ ਸਾਫ਼ ਕੀਤਾ ਹੈ ਕਿ ਜਦ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਪੰਜਾਬੀ ਕਲਾਕਾਰ, ਪੰਜਾਬੀ ਗਾਇਕ ਉਹਨਾਂ ਦੇ ਨਾਲ ਡਟੇ ਰਹਿਣਗੇ। ਤੇ ਅੱਜ ਵੀ ਲੁਧਿਆਣਾ ਦੇ ਸਰਾਭਾ ਵਿਖੇ ਗਾਇਕਾਂ ਦਾ ਧਰਨਾ ਪ੍ਰਦਰਸ਼ਨ ਹੈ। ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਣੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਸੋ ਜਿੱਥੇ ਇੱਕ ਪਾਸੇ ਕਿਸਾਨ ਸੰਘਰਸ਼ ਦੇ ਰਾਹ ਤੇ ਨੇ, ਪੰਜਾਬੀ ਗਾਇਕ, ਪੰਜਾਬੀ ਕਲਾਕਾਰ ਸਮਰਥਨ ਦੇ ਰਹੇ ਨੇ, ਉੱਥੇ ਕਿਸਾਨ ਬੀਬੀਆਂ ਵੀ ਕਿਸਾਨਾਂ ਦਾ ਵੱਧ ਚੜ੍ਹ ਕੇ ਸਾਥ ਦੇ ਰਹੀਆਂ ਨੇ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਉਲੀਕਿਆ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦੀ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ। ਕਿਸਾਨਾਂ ਦੇ ਵੱਲੋਂ ਪਿੰਡ-ਪਿੰਡ ਜਾ ਕੇ ਸੰਘਰਸ਼ ਦੇ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਦੇਖ ਸਕਦੇ ਹੋ ਤਲਵੰਡੀ ਸਾਬੋ ਦੀਆਂ, ਜਿੱਥੇ ਕਿਸਾਨ ਮਹਿਲਾਵਾਂ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਨੇ, ਕਿਸਾਨਾਂ ਦੇ ਨਾਲ ਡਟੀਆਂ ਹੋਈਆਂ ਨੇ। ਘਰ ਘਰ ਜਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ। 26 ਤੇ 27 ਨਵੰਬਰ ਨੂੰ ਦਿੱਲੀ ਕੂਚ ਕੀਤਾ ਜਾਣਾ ਹੈ, ਜਿਸ ਦੇ ਲਈ ਲਾਮਬੰਦ ਕੀਤਾ ਜਾ ਰਿਹਾ। ਤੇ ਇੱਥੇ ਇਹ ਵੀ ਸਾਹਮਣੇ ਆਇਆ ਕਿ ਬੀਬੀਆਂ ਦੇ ਵੱਲੋਂ, ਕਿਸਾਨ ਬੀਬੀਆਂ ਦੇ ਵੱਲੋਂ ਘਰ ਘਰ ਜਾ ਕੇ ਆਟਾ ਦਾਲ ਮੰਗਿਆ ਜਾ ਰਿਹਾ ਹੈ, ਕਿਉਂਕਿ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੋ ਆਟਾ ਦਾਲ ਮੰਗ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ ਵੀ ਸਾਹਮਣੇ ਆਇਆ ਤੇ ਘਰ ਘਰ ਜਾ ਕੇ ਲਾਮਬੰਦ ਵੀ ਕੀਤਾ ਜਾ ਰਿਹਾ ਹੈ। 26 ਤੇ 27 ਨਵੰਬਰ ਨੂੰ ਜੋ ਦਿੱਲੀ ਵੱਲ ਕੂਚ ਕੀਤਾ ਜਾਣਾ ਹੈ ਕਿਸਾਨਾਂ ਦੇ ਵੱਲੋਂ, ਉਸ ਦੇ ਲਈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਜਿਹੜੀ ਸਾਡੀ ਤਿਆਰੀ ਹੈ ਜੀ 26-27 ਦੀ, ਉਹ ਪੂਰੀ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਆ। ਪਿੰਡਾਂ ਦੇ ਵਿੱਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ, ਉੱਥੋਂ ਦੇ ਲਈ ਰਾਸ਼ਨ ਪਾਣੀ ਵੱਡੀ ਪੱਧਰ 'ਤੇ ਕਰ ਰਹੇ ਹਾਂ। ਜਿਵੇਂ ਕਿ ਅੱਜ ਅਸੀਂ ਪਿੰਡ ਯਾਤਰੀ ਦੇ ਵਿੱਚ ਸਾਡੀਆਂ ਮਾਈਆਂ, ਔਰਤਾਂ ਸਮੇਤ ਇਕੱਠੇ ਹੋ ਕੇ ਘਰ ਘਰ ਜਾ ਕੇ, ਜਿਹਦੇ ਵਿੱਚ ਖੰਡ, ਨੂਣ, ਮਿਰਚ, ਸਾਰਾ ਲੰਗਰ ਦਾ ਪ੍ਰਬੰਧ ਇਕੱਠਾ ਕਰ ਰਹੇ ਹਾਂ। ਭਾਵੇਂ ਕਿ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸਾਨੂੰ 6 ਮਹੀਨੇ ਲੱਗ ਜਾਣ, ਸਾਲ ਲੱਗ ਜੇ, ਪਰ ਅਸੀਂ ਘੱਟੋ ਘੱਟ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਵਾਂਗੇ, ਤਾਂ ਕਿ ਕਿਸੇ ਤਰ੍ਹਾਂ ਦੀ
ਦਿੱਕਤ ਨਾ ਆਵੇ, ਭੁੱਖ ਨਾਲ ਨਾ ਮਰੀਏ ਤੇ ਮੋਦੀ ਦੀ ਗੋਡੀ ਲਵਾ ਕੇ ਹੀ ਦਮ ਲਵਾਂਗੇ ਤੇ ਆਪਣੇ ਕੋਲ ਨੂੰ ਵਾਪਸ ਕਰਵਾਵਾਂਗੇ। ਜੇ ਜਿਹੜਾ ਕੋਈ ਸਾਡਾ ਬੱਚਾ ਰਹਿ ਗਿਆ ਅਸੀਂ ਇੱਕ ਜਨਾਨੀ ਨੂੰ ਘਰੇ ਛੱਡਾਂਗੇ। ਘਰੇ ਮੇਰੇ ਨੂੰਹਾਂ ਹੈਗੀਆਂ, ਮੈਂ ਨਾਲ ਜਾਉਂ ਤੁਰ ਜਾ ਕੇ। ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ? ਪੂਰੀ ਤਿਆਰੀ ਕਰ ਰਹੇ ਹਾਂ ਜੀ, ਪੂਰੀ ਤਿਆਰੀ। ਸਾਡੇ ਕੋਲ ਰਾਸ਼ਨ ਪਾਣੀ ਪੂਰਾ ਸਾਡੇ ਕੋਲ ਫੁੱਲ ਤਿਆਰ ਹੈ। 1 ਸਾਲ ਭਰ ਦਾ ਰਾਸ਼ਨ ਅਸੀਂ ਲੈ ਕੇ ਜਾਵਾਂਗੇ। ਅਸੀਂ ਪਿੱਛੇ ਨਹੀਂ ਮੁੜਾਂਗੇ। ਅਸੀਂ ਮੋਦੀ ਤੋਂ ਡਰਦੇ ਨਹੀਂ। ਇਹਦਾ ਕੀ ਹੈ, ਧੀ ਨਾ ਪੁੱਤ ਦਾੜੀ ਨਾ ਮੁੱਚ ਘੋਨਾ ਬੜੇ ਮੈਂ ਤਾਂ ਇਹ ਤੋਂ ਅਸੀਂ ਕਿਸ ਤਰ੍ਹਾਂ ਡਰਾਂਗੇ? ਅਸੀਂ ਸਿੱਖ ਹੁੰਦੇ ਹਾਂ। ਅਸੀਂ ਆਪਦੀ ਹਾਲਤ ਸਾਡੀ ਸਹੀ ਹੈ, ਸਹੀ ਆਪਦੀ ਸਹੀ ਸਮਾਨ ਨਹੀਂ ਜਾਵਾਂਗੇ ਅਸੀਂ। ਤੇ ਉਧਰ ਜਿੱਥੇ ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਨੂੰ ਲੈ ਕੇ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ, ਦੂਜੇ ਪਾਸੇ ਕਿਸਾਨ ਸੰਘਰਸ਼ ਕਮੇਟੀ ਦਾ ਧਰਨਾ ਅਜੇ ਵੀ ਜਾਰੀ ਹੈ। ਸੋ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਹੈ ਕਿ ਰੇਲਵੇ ਟਰੈਕ ਦੇ ਉੱਤੇ ਸਿਰਫ ਮਾਲ ਗੱਡੀਆਂ ਨੂੰ ਹੀ ਰਾਹ ਦਿੱਤਾ ਗਿਆ ਹੈ। ਯਾਤਰੀ ਟ੍ਰੇਨਾਂ ਦੇ ਲਈ ਸਹਿਮਤੀ ਨਹੀਂ ਜਤਾਈ ਗਈ ਹੈ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ, ਜਿਸ ਦੇ ਵੱਲੋਂ ਜੰਡਿਆਲਾ ਰੇਲਵੇ ਸਟੇਸ਼ਨ ਤੇ ਅਜੇ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਇੱਥੇ ਕਿਸਾਨ ਆਗੂਆਂ ਨੇ ਸਾਫ਼ ਕੀਤਾ ਹੈ ਕਿ ਬੇਸ਼ੱਕ ਬਾਕੀ ਜਥੇਬੰਦੀਆਂ ਵੱਲੋਂ ਸਹਿਮਤੀ ਜਤਾਈ ਗਈ ਹੈ, ਪਰ ਸਵਰਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਾਡੇ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਅਜੇ ਤੱਕ ਯਾਤਰੀ ਟ੍ਰੇਨਾਂ ਨੂੰ ਲੈ ਕੇ ਸਹਿਮਤੀ ਨਹੀਂ ਦਿੱਤੀ ਗਈ ਹੈ। ਸਿਰਫ ਮਾਲ ਗੱਡੀਆਂ ਨੂੰ ਹੀ ਰਾਹ ਦਿੱਤਾ ਜਾਏਗਾ ਤੇ ਬਾਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਘੜੀ ਜਾਏਗੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ ਚੱਲ ਰਿਹਾ ਉਹ 61ਵੇਂ ਦਿਨ ਵਿੱਚ ਦਾਖਲ ਹੋ ਗਿਆ ਤੇ ਇਹ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹੂਗਾ। ਕੇਂਦਰ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਪ੍ਰਤੀ ਜਿਹੜੇ ਖੇਤੀ ਦੇ 3 ਕਾਨੂੰਨ ਲਿਆਂਦੇ ਆ ਉਹਨਾਂ ਪ੍ਰਤੀ ਨਾ ਤਾਂ ਸੰਜੀਦਾ ਹੈ ਤੇ ਨਾ ਉਹਨਾਂ ਦੀ ਬੋਲਬਾਣੀ 'ਚ ਕੋਈ ਫਰਕ ਆਇਆ। ਸੋ ਹਾਲੇ ਜਦੋਂ ਸਾਨੂੰ ਚਿੱਠੀ ਆ ਜਾਊਗੀ, ਉਹ ਕਹਿੰਦੇ ਸੀ ਵੀ ਸਵੇਰੇ, ਕਿਉਂਕਿ ਐਤਵਾਰ ਦਾ ਦਿਨ ਆ ਕੱਲ੍ਹ, ਤੇ ਸਵੇਰੇ ਤੁਹਾਨੂੰ ਜਦੋਂ ਚਿੱਠੀ ਆ ਜਾਊਗੀ ਤਾਂ ਅਸੀਂ ਉਹ ਗੱਲਬਾਤ ਦੀ ਜਿਹੜੀ ਤਰੀਕ ਹੈ, ਜਿਹੜੀ 25 ਤਰੀਕ ਆਈਜੀ ਵੱਲੋਂ ਫੋਨ ਕਰਕੇ ਦੱਸੀ ਗਈ ਆ। ਪਰ ਅਸੀਂ ਕਿਹਾ ਸਾਨੂੰ ਚਿੱਠੀ ਭੇਜੋ, ਜਦੋਂ ਚਿੱਠੀ ਭੇਜੋਗੇ ਉਦੋਂ ਅਸੀਂ ਵਿਚਾਰ ਕਰ ਲਾਂਗੇ ਉਹਦੇ ਵਿੱਚ ਵੀ ਜਾਣਾ ਕਿ ਨਹੀਂ ਜਾਣਾ ਜਾਂ ਕੀ ਕਰਨਾ ਵਾ। ਸੋ ਜੇ ਚਿੱਠੀ ਆਊਗੀ ਫਿਰ ਉਹਦੇ ਤੇ ਤੁਹਾਨੂੰ ਦੱਸ ਦਿੱਤਾ ਵੀ ਸਾਨੂੰ ਚਿੱਠੀ ਆ ਗਈ ਤੇ ਸਾਡੀ 25 ਤਰੀਕ ਨੂੰ ਗੱਲਬਾਤ ਹੋ ਰਹੀ ਆ। ਤੇ ਉਧਰ 26 ਤੇ 27 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਪਾਤੜਾ ਦੇ ਪਿੰਡ ਨਿਆਲ 'ਚ ਕਿਸਾਨ ਬੀਬੀਆਂ ਦੇ ਵੱਲੋਂ ਜਾਗੋ ਕੱਢੀ ਗਈ ਤੇ ਇਸ ਮੌਕੇ ਵਿਆਹਾਂ ਵਾਲੀ ਜਾਗੋ ਦੀ ਤਰ੍ਹਾਂ ਹੀ ਬੀਬੀਆਂ ਦੇ ਵੱਲੋਂ ਹੱਥਾਂ 'ਚ ਝੰਡੇ ਫੜ ਕੇ ਜੱਟਾ ਜਾਗ ਵੀ ਹੁਣ ਜਾਗੂ ਆਇਆ ਦੇ ਬੋਲ ਕੇ ਪਿੰਡ 'ਚ ਗੇੜਾ ਕੱਢਿਆ ਗਿਆ ਤੇ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਔਰਤਾਂ ਦੇ ਵੱਲੋਂ ਜਾਗੋ ਕੱਢੀ ਗਈ ਹੈ। ਲਾਮਬੰਦ ਕੀਤਾ ਜਾ ਰਿਹਾ ਹੈ ਬਾਕੀ ਕਿਸਾਨ ਬੀਬੀਆਂ ਨੂੰ ਵੀ ਕਿ ਉਹ ਵੱਧ ਚੜ੍ਹ ਕੇ ਕਿਸਾਨਾਂ ਦਾ ਸਾਥ ਦੇਣ। ਸੋ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲਗਾਤਾਰ ਤੇ ਆਵਾਜ਼ ਬੁਲੰਦ ਕਰਨ ਵਾਲੇ ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ਵੀ ਹੁਣ ਇੱਕ ਗਰੀਬ ਕਿਸਾਨ ਦੇ ਲਈ ਆਰਥਿਕ ਸਹਾਰਾ ਬਣੇ ਨੇ। ਦਰਅਸਲ ਤਰਨਤਾਰਨ ਦੇ ਪਿੰਡ ਜੀਓਬਾਲਾ ਦੇ ਇੱਕ ਗਰੀਬ ਕਿਸਾਨ ਦੇ ਘਰ ਦਾ ਲੈਂਟਰ ਡਿੱਗਣ ਦੀ ਖਬਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਮਦਦ ਕਰਦਿਆਂ ਹੋਇਆਂ ਯੋਗਰਾਜ ਸਿੰਘ ਦੇ ਵੱਲੋਂ ਪਰਿਵਾਰ ਦੇ ਲਈ ਖੁਦ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ NRI ਪਰਿਵਾਰਾਂ ਨੂੰ ਵੀ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਥੇ ਕਿਸਾਨ ਦੀ ਮਦਦ ਕੀਤੀ ਗਈ ਹੈ। ਮੈਂ ਤੇ ਹੋਕਾ ਦਿੰਦਾ ਫਿਰਦਾ ਦਿਨ ਰਾਤ ਜਿੱਥੇ ਵੀ ਜਾਣਾ ਵੀ ਮਹਾਰਾਜ ਦਾ ਨਾਮ ਜਪੋ, ਬਾਣੀ ਨਾਲ ਜੁੜੋ। ਹਾਂਜੀ, ਤੇ ਆ ਦੇਖੋ ਇਹਨਾਂ ਦਾ ਲੈਂਟਰ ਢਹਿ ਗਿਆ ਸੀਗਾ, ਹੁਣ ਦੁਬਾਰਾ ਬਣਨਾ ਸ਼ੁਰੂ ਹੋ ਗਿਆ। ਆ ਦੇਖੋ ਸਾਡੇ ਮਾਤਾ ਜੀ, ਇਹਨਾਂ ਦੇ ਕਾਕਾ ਜੀ ਇਹ ਪੈਸੇ ਇਕੱਠੇ ਕਰਕੇ ਲਿਆ ਕੇ ਦੇ ਰਹੇ ਆ ਬਾਹਰੋਂ। NRI ਸਾਡੇ ਦਲਜੀਤ ਸਿੰਘ ਜੀ, ਮਤਲਬ ਐਸੇ ਲੋਕ ਨੇ ਜਿਹੜੇ ਨਾਲ ਜੁੜੇ ਹੋਏ ਨੇ। ਉਹ ਮੈਂ ਅੱਜ ਬਾਬਾ ਜੀ ਨੂੰ ਇਹ ਗੱਲ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਮਹਾਰਾਜ ਦੀ ਕਿਰਪਾ ਤੁਹਾਡੇ ਤੇ, ਇਹ ਰੱਬ ਦੀ ਮਿਹਰ ਹੈ, ਗੁਰੂ ਘਰ ਦੀ ਵੀ ਇੰਨੇ ਬੰਦੇ ਇਕੱਠੇ ਹੋ ਕੇ ਤੁਹਾਨੂੰ ਮਾਇਆ ਵੀ ਦੇ ਰਹੇ, ਤੁਹਾਡਾ ਲੈਂਟਰ ਵੀ ਪੈ ਰਿਹਾ ਤੇ ਮਹਾਰਾਜ ਸਭ ਕੁਝ ਠੀਕ ਕਰ ਦੂਗਾ। ਸੋ ਮੇਰੀ ਤਾਂ ਇੱਕੋ ਬੇਨਤੀ ਹੈ ਸਾਰੇ ਪਿੰਡ ਨੂੰ, ਇਹਨਾਂ ਨੂੰ ਵੀ ਕਿਸੇ ਦੇ ਦੁੱਖ ਨੂੰ ਆਪਣੇ ਹਿਰਦੇ 'ਚ ਲੈ ਲੈਣਾ। ਕਿਸੇ ਦਾ ਦੁੱਖ ਕਿਸੇ ਦਾ ਵੀ ਉਹਨੂੰ ਆਪਣੇ ਹਿਰਦੇ ਸਮਾ ਕੇ ਤੇ ਉਹਨੂੰ ਪਿਆਰ ਕਰਨਾ ਵੀ ਇਹ ਦੁੱਖ ਮੇਰਾ ਹੀ ਹੈ। ਸਰਦੀਆਂ ਦੀ ਆਮਦ ਹੁੰਦੇ ਹੀ ਨੰਗਲ ਦੇ ਪੰਜਾਬ ਇੰਟਰਨੈਸ਼ਨਲ ਵੈਟਲੈਂਡ ਝੀਲ ਦੇ ਵਿੱਚ ਪ੍ਰਵਾਸੀ ਪੰਛੀਆਂ ਦੀ ਵੀ ਆਮਦ ਸ਼ੁਰੂ ਹੋ ਚੁੱਕੀ ਹੈ। ਕਿੰਨੇ ਕੁ ਪੁੱਜੇ ਨੇ ਪ੍ਰਵਾਸੀ ਇੱਥੇ, ਆਓ ਦੇਖਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ। ਪੰਜਾਬ ਦੇ ਭੂਗੋਲਿਕ ਇਤਿਹਾਸ 'ਚ ਨੰਗਲ ਦੇ ਪੰਜਾਬ ਇੰਟਰਨੈਸ਼ਨਲ ਵੈਟਲੈਂਡ ਝੀਲ ਵਿੱਚ ਹਰ ਸਾਲ 70-75 ਪ੍ਰਜਾਤੀਆਂ ਦੇ ਪੰਛੀ ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ 'ਚ ਪ੍ਰਵਾਸ ਕਰਦੇ ਹਨ। ਨੰਗਲ ਇੰਟਰਨੈਸ਼ਨਲ ਵੈਟਲੈਂਡ ਦੇ ਨਾਲ-ਨਾਲ ਰੋਪੜ ਅੰਤਰਰਾਸ਼ਟਰੀ ਵੈਟਲੈਂਡ
ਅਤੇ ਹਰੀਕੇ ਵੈਟਲੈਂਡ ਕੇਸ਼ੋਪੁਰ ਮਿਆਮੀ ਵਿੱਚ ਵੀ ਇਹ ਪੰਛੀ ਆ ਚੁੱਕੇ ਨੇ। ਪ੍ਰਵਾਸੀ ਪੰਛੀਆਂ ਦੇ ਇੱਥੇ ਆਉਣ ਨਾਲ ਪੰਛੀ ਪ੍ਰੇਮੀਆਂ 'ਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਛੀ ਪ੍ਰੇਮੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਾਲਾ ਪੱਤਨ ਏਰੀਆ ਨੂੰ ਰਿਜ਼ਰਵ ਬਣਾਇਆ ਜਾਵੇ ਤੇ ਇਹਨਾਂ ਪੰਛੀਆਂ ਦੀ ਤਾਦਾਦ ਨੂੰ ਦੇਖਦਿਆਂ ਕਿਸਾਨਾਂ ਨੂੰ ਦਲਦਲੀ ਏਰੀਆ ਖਤਮ ਕਰਨ ਤੋਂ ਰੋਕਿਆ ਜਾਵੇ। 2-2.5 ਹਜ਼ਾਰ ਦੇ ਕਰੀਬ ਹੈ। ਸਾਡੀ NGO ਸੰਸਥਾ ਜਾਗ੍ਰਿਤੀ ਹਰ ਸਾਲ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਔਰ ਚੰਡੀਗੜ੍ਹ ਬਰਡ ਕਲੱਬ ਦੇ ਸਹਿਯੋਗ ਨਾਲ ਫਰਵਰੀ ਦੇ ਵਿੱਚ ਬਰਡ ਸਰਵੇ ਆਯੋਜਿਤ ਕਰਦੀ। ਇਸ ਦੇ ਨਾਲ ਹਰ ਸਾਲ ਪਤਾ ਲੱਗਦਾ ਕਿ ਕਿੰਨੇ ਪ੍ਰਵਾਸੀ ਪੰਛੀ, ਕਿੰਨੀ ਪ੍ਰਜਾਤੀਆਂ ਟੋਟਲ ਆਈਆਂ, ਕਿੰਨੇ ਨਵੇਂ ਪ੍ਰਵਾਸੀ ਆਏ ਔਰ ਉਹਨਾਂ ਦੀ ਸੰਖਿਆ ਨਾਲ ਇਹ ਵੀ ਪਤਾ ਲੱਗਦਾ ਕਿ ਕਿੰਨੇ ਪੰਛੀ ਜ਼ਿਆਦਾ ਇਸ ਝੀਲ 'ਚ ਆਏ ਔਰ ਕਿੰਨੇ ਘੱਟ ਹੋਏ। ਨੰਗਲ ਤੋਂ ਗੁਰਬਰਾਣਾ ਦੀ ਖਾਸ ਰਿਪੋਰਟ। तो उधर यमुना नगर की जगाधरी पुलिस ने गुप्त सूचना के आधार पर बिहार तो आए 9 चौलों के ट्रकों को अपने कब्जे च लिया है। पुलिस के अनुसार इन्होंने चौलों की गुणवत्ता बहुत ही घटिया होंदी है, इन्हों सरकारी चौलों में नहीं मिलिया जाता। सो फिलहाल पुलिस ने मामला दर्ज करदिया इस मामले की पड़ताल शुरू कर दी है। मशहूर महिला कमेडियन भारती सिंह ਅਤੇ ਉਸਦੇ ਪਤੀ ਨੂੰ ਡਰੱਗ ਮਾਮਲੇ ਦੇ ਵਿੱਚ ਕੋਰਟ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਦੋਵਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਦੱਸ ਦਈਏ ਕਿ NCB ਦੀ ਟੀਮ ਲਗਾਤਾਰ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਦੇ ਘਰਾਂ ਤੇ ਛਾਪੇਮਾਰੀ ਕਰ ਰਹੀ ਹੈ, ਜਿਸ ਦੌਰਾਨ ਅਦਾਕਾਰਾ ਅਤੇ ਕਮੇਡੀਅਨ ਭਾਰਤੀ ਸਿੰਘ ਦੇ ਘਰ 'ਚ ਵੀ ਛਾਪੇਮਾਰੀ ਦੌਰਾਨ ਗਾਂਜਾ ਬਰਾਮਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। उधर बलाचौर विखे विधायक दर्शन लाल मंगू की सेहत उस वेले विगड़ गई जदों पंजाब के खजाना मंत्री मनप्रीत सिंह बादल एक समागम दौरान शहीद लैफ्टिनेंट जनरल बिक्रम सिंह के बुत का उद्घाटन कर रहे सन। मनप्रीत बादल के वलों अपना भाषण विचाले छड्ड के उन्होंने हस्पताल ले जाया गया, जिथे उन्हों की हालत में सुधार दस्सिया जा रहा है। तो उधर जिला बटाला के अधीन आउंदे थाना कन्हैये दे बांगदरीपुर पुलिस के वलों एक सरकारी पिंड दे विच डिपो होल्डर और एक ड्राइवर नूं सरकारी कणक खुर्द बुर्द करन दे इल्जामां हेठ काबू किया गया है। पुलिस के मुताबिक कणक बरामद करन दे नाल 2 लोकां नूं काबू किया गया है। फिलहाल पुलिस मामले की पड़ताल कर रही है। तो जान तो पहले एक बार फिर नजर पाने हुण तक दिया हेडलाइंस के वल। रेलवे स्टेशनों की तैयारियां हुई शुरू, रेलवे विभाग के वलों ट्रेनां चलाउण लई समा सूची जारी। रेलवे विभाग के वलों कुल 17 ट्रेनां की बहाली लई दित्ती गई मंजूरी। CPRO दीपक कुमार के वलों की गई पुष्टि। मुख्यमंत्री कैप्टन अमरिंदर सिंह गृह मंत्री अमित शाह के नाल कर सकते हैं मुलाकात। पंजाब के मौजूदा हालातों से पाउणगे चानना। कैप्टन के वलों केंद्र नूं जल्द तो जल्द समस्या के हल की कीती जा रही है मांग। ਸਮਰਾਲਾ ਚ ਲੁਟੇਰਿਆਂ ਦੇ ਹੌਸਲੇ ਬੁਲੰਦ, 3 ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਝਾਂਸਾ ਦੇ ਕੇ ਬਿਠਾਇਆ ਕਾਰ 'ਚ। ਬਜ਼ੁਰਗ ਔਰਤ ਨੇ ਚੱਲਦੀ ਕਾਰ 'ਚੋਂ ਛਾਲ ਮਾਰ ਕੇ ਬਚਾਈ ਜਾਨ। कैबिनेट मंत्री OP सोनी की रिपोर्ट आई कोरोना पॉजिटिव। OP सोनी ने खुद नूं कीता क्वारंटीन, संपर्क च आउण वालिआं नूं टैसट करवाउण दी दित्ती हिदायत। खेती कानून लैके पंजाबी गायकों वालों भी दिता जा रहा है किसानों का साथ। लुधियाना के सराबा विखे किसानों के हक च गायकों का प्रदर्शन। हर वर्ग के वालों
ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ। ਤੇ ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਤੁਹਾਡਾ ਕੋਈ ਵੀ ਸੁਝਾਅ ਜਾਂ ਖਬਰਾਂ ਸੰਬੰਧੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਨੋਟ ਕਰ ਲਓ, news@fastway.in। ਇਸ ਦੇ ਨਾਲ ਹੀ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ ਹੁਣ ਮੈਂ ਦਿਓ ਇਜਾਜ਼ਤ। ਧੰਨਵਾਦ।